श्री वाहिगुरु साहिब जी। डंडौत बंदन अनक बार, सर्व कला समरथ। डोलन ते राखो प्रभु, नानक दे कर हथ। तन तन रामदास गुरु, जिन सिरया तिने सवारिया। पूरी होई करामात, आप सिरजनहारे तारिया। तरन गगन नौखंड में, ज्योत स्वरूपी रहो पर। पन मथुरा कछ भेद नहीं, गोर अर्जन पर तख हर। सतगुर की जिसनो मत आवे, सो सतगुर माए समाना। ए बाणी जो जियो जाने, इस अंतर रवै हर नामा। बाणी गुरु गुरु है बाणी, विच बाणी अमृत सारे। गुरबाणी कहे सेवक जन मन, पर तख गुरु निस्तारे। वाहिगुरु साहिब जियो। सलोक महला पहला। आपे भांडे साजियन, आपे पूरन दे। इक नी दुध समाई है, इक चूल्हे रैन चढ़े। आपे भांडे साजियन, आपे पूरन दे। इक नी दुध समाई है, इक चूल्हे रैन चढ़े। इक निहाली पै सवन, इक उपर रैन खड़े। तिना सवारे नानका, जिनको नदर करे। महला दूजा। आपे साजे करे आप, जाई भी रखे आप। तिस विच जंत उपाय कै, देखे थाप उथाप। किसनो कहिए नानका, सब किछ आपे आप। पौड़ी। वडे किया वड्याइयां, किछ कहना कहन न जाए। सो करता कादर करीम, दे जियां रिजक समाए। साई कार कमावणी, धुर छोड़ी तिने पाए। नानक एकी बारी, और दूजी नाई जाए। सो करे जत से रजाए, सो करे जत से रजाए। सुध। वाहिगुरु जी का खालसा, वाहिगुरु जी की फतेह। जुगो जुग अटल, बाणी दे बोहित कलयुग दे जहाज। धन धन सतगुरु श्री गुरु ग्रंथ साहब महाराज जी की पावन हजूरी विच सुभायमान गुरु की साजी निवाजी साध संगत जियो। सतगुरां ने अपार बख्शिश की है, कृपा की है, जो सानू अपने चरणों में बैठण का अवसर दिता है। सतगुरां दा कोटान कोट शुकराना करिए। अपनी मनोवृत्तियां नूं एकाग्र करके गुरु चरणों नाल जोड़िए। सारे एक बारी प्रेम नाल आखो, सतनाम श्री वाहिगुरु। धन धन सतगुरु श्री गुरु नानक देव महाराज जी की महान बाणी, श्री आसा की वार की लड़ीवार विचार पिछले काफ़ी समय तो चल रही है। अज अंतिम पौड़ी ਅਤੇ ਉਸ ਤੋਂ ਪਹਿਲਾਂ ਦੇ ਜਿਹੜੇ 2 ਸ਼ਲੋਕ ਨੇ 24ਵੀਂ ਪੌੜੀ, ਜਿਸ ਦਾ ਪਾਠ ਆਪਨੇ ਸਰਵਨ ਕੀਤਾ ਹੈ, ਉਸ ਦੀ ਵਿਚਾਰ ਸੰਪੂਰਨ ਕਰਕੇ आशा की वार दी ये विचार आज संपूर्ण हो जाएगी।
ਸਤਿਗੁਰਾਂ ਨੇ ਸਿਰ 'ਤੇ ਹੱਥ ਰੱਖ ਕੇ ਬਖਸ਼ਿਸ਼ ਕਰਕੇ ਜੋ ਵੀ ਇਹ ਤੁਛ ਬੁੱਝੀ ਤੋਂ ਆਪਣੇ ਸ਼ਬਦ ਦੀ ਵਿਚਾਰ ਕਰਾਈ ਹੈ, ਸਤਿਗੁਰੂ ਆਪ ਹੀ ਕਰਾ ਸਕਦੇ ਨੇ। ਅਸੀਂ ਸੰਸਾਰੀ ਜੀਵ ਆਪਣੇ ਆਪ ਕੁਝ ਨਹੀਂ ਕਰ ਸਕਦੇ। ਬੇਅੰਤ ਭੁੱਲਾਂ ਗਲਤੀਆਂ ਹੁੰਦੀਆਂ ਨੇ। ਸਤਿਗੁਰ ਬਖਸ਼ ਲੈਣ, ਸਾਧ ਸੰਗਤ ਬਖਸ਼ ਲਵੇ। ਆਓ, ਕਿਉਂਕਿ ਅੱਜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਵੀ ਆਪਾਂ ਮਨਾ ਰਹੇ ਹਾਂ, ਜੋ ਕਿ ਕੱਲ੍ਹ ਸੀ। ਅਤੇ ਅੱਜ ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀਓ ਸਮਾਨ ਦਾ ਪੁਰਬ ਹੈ। ਅਤੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਵੀ ਅੱਜ ਹੈ। ਸੋ ਅੱਜ ਦਾ ਦਿਹਾੜਾ ਬਹੁਤ ਵਿਸ਼ੇਸ਼ ਹੈ। ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਸਤਿਗੁਰ ਬਖਸ਼ਿਸ਼ ਕਰਨ, ਕਿਰਪਾ ਕਰਨ, ਸਾਡੇ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਤਾਂ ਕਿ ਅਸੀਂ ਜੋ ਇਹ ਗੁਰਬਾਣੀ ਹੈ, ਜਿਸ ਨੂੰ ਅਸੀਂ ਪੜ੍ਹਦੇ ਹਾਂ, ਜਿਸ ਨੂੰ ਅਸੀਂ ਗੁਰੂ ਜਾਣ ਕੇ ਨਮਸਕਾਰ ਕਰਦੇ ਹਾਂ, ਇਹ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ। ਸਾਡਾ ਜੀਵਨ ਜਿਹੜਾ ਹੈ ਬਾਣੀਮੈ ਹੋ ਜਾਵੇ। ਪਿਛਲੀ ਪੌੜੀ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਉਸ ਅਕਾਲ ਪੁਰਖ ਦੀ ਉਸਤਤ ਕੀਤੀ ਸੀ ਕਿ ਉਸ ਅਕਾਲ ਪੁਰਖ ਦਾ ਅੰਤ ਕੋਈ ਪਾ ਨਹੀਂ ਸਕਦਾ। ਉਹ ਇਸ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਉਹਨਾਂ ਦੀ ਉਤਪੱਤੀ ਕਰਦਾ ਹੈ ਅਤੇ ਆਪ ਹੀ ਉਹਨਾਂ ਦੀ ਲੈਤਾ ਕਰ ਲੈਂਦਾ ਹੈ, ਮੁਕਾ ਦਿੰਦਾ ਹੈ। ਕਿਸੇ ਨੂੰ ਉਸਨੇ ਦੁੱਖਾਂ ਦੀਆਂ ਜੰਜੀਰਾਂ ਵਿੱਚ ਬੰਨਿਆ ਹੋਇਆ ਹੈ, ਕਿਸੇ ਨੂੰ ਉਸਨੇ ਸੁੱਖ ਦਿੱਤੇ ਨੇ, ਘੋੜੀਆਂ 'ਤੇ ਚੜ੍ਹੇ ਫਿਰਦੇ ਨੇ। ਜੋ ਕੁਝ ਉਹ ਕਰ ਰਿਹਾ ਹੈ ਆਪ ਹੀ ਕਰ ਰਿਹਾ ਹੈ, ਅਤੇ ਹੋਰ ਕਿਸੇ ਦੇ ਅੱਗੇ ਜਾ ਕੇ ਅਸੀਂ ਪੁਕਾਰ ਨਹੀਂ ਕਰ ਸਕਦੇ। ਉਹਦੇ ਚਰਨਾਂ ਵਿੱਚ ਹੀ ਅਰਦਾਸ ਕਰਨੀ ਹੈ, ਕਿਉਂਕਿ ਉਹੀ ਹੈ ਜੋ ਸਾਰਿਆਂ ਦੀ ਰਾਖੀ ਕਰ ਰਿਹਾ ਹੈ, ਸਾਰਿਆਂ ਨੂੰ ਰਿਜ਼ਕ ਦੇ ਰਿਹਾ ਹੈ। ਅੱਜ ਸਤਿਗੁਰੂ ਨੇ ਬਖਸ਼ਿਸ਼ ਕਰਕੇ ਪਹਿਲਾ ਜਿਹੜਾ ਸ਼ਲੋਕ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ, ਉਸ ਵਿੱਚ ਸਤਿਗੁਰਾਂ ਨੇ ਸਾਨੂੰ ਦੱਸਿਆ ਹੈ ਕਿ ਉਸ ਅਕਾਲ ਪੁਰਖ ਨੇ ਜਿਹੜੇ ਜੀਵ ਬਣਾਏ ਨੇ, ਇਉਂ ਸਮਝ ਲਓ ਜਿਵੇਂ ਕਿ ਇਹ ਸਾਰੇ ਭਾਂਡੇ ਨੇ। ਅਤੇ ਕੁਮਹਾਰ ਜਦੋਂ ਮਿੱਟੀ ਤੋਂ ਭਾਂਡੇ ਤਿਆਰ ਕਰਦਾ ਹੈ, ਵੱਖ-ਵੱਖ ਤਰੀਕੇ ਦੇ ਭਾਂਡੇ ਹੁੰਦੇ ਨੇ। ਕੋਈ ਭਾਂਡਾ ਜਿਹੜਾ ਹੈ ਕਿਸੇ ਵਿੱਚ ਦੁੱਧ ਪਾਇਆ ਜਾਂਦਾ ਹੈ, ਕਿਸੇ ਵਿੱਚ ਪਾਣੀ ਪਾਇਆ ਜਾਂਦਾ ਹੈ। ਜਿਉਂ-ਜਿਉਂ ਸਤਿਗੁਰ ਬਖਸ਼ਿਸ਼ ਕਰ ਰਹੇ ਨੇ, ਆਪ ਅੱਗੇ ਵਿਚਾਰ ਕਰੀਏ ਸਤਿਗੁਰ ਕੀ ਉਪਦੇਸ਼ ਕਰ ਰਹੇ ਨੇ। ਆਓ ਸਰਵਣ ਕਰੀਏ ਜੀ। ਸ਼ਲੋਕ ਮਹਿਲਾ ਪਹਿਲਾ। ਆਪੇ ਭਾਂਡੇ ਸਾਜਨ ਆਪੇ ਪੂਰਨ ਦੇ। ਮਹਾਰਾਜ ਕਹਿੰਦੇ ਨੇ ਉਸ ਅਕਾਲ ਪੁਰਖ ਨੇ ਇਹ ਜਿਤਨੇ ਵੀ ਸਰੀਰ ਨੇ ਜੀਵਾਂ ਦੇ, ਇਉਂ ਜਾਣ ਲਓ ਕਿ ਇਹ ਸਾਰੇ ਭਾਂਡੇ ਹੀ ਨੇ। ਭਾਂਡਾ ਸ਼ਬਦ ਜਿਹੜਾ ਹੈ ਗੁਰਬਾਣੀ ਵਿੱਚ ਹਿਰਦੇ ਵਾਸਤੇ ਵੀ ਆਇਆ ਹੈ, ਅਤੇ ਭਾਂਡਾ ਜਿਹੜਾ ਹੈ ਬਰਤਨ ਵਾਸਤੇ ਵੀ ਆਇਆ ਹੈ। ਅਤੇ ਭਾਂਡਾ ਸ਼ਬਦ ਇੱਥੇ ਮਹਾਰਾਜ ਜੀਵਾਂ ਦੇ ਸਰੀਰਾਂ ਵਾਸਤੇ ਕਰ ਰਹੇ ਨੇ। ਮਹਾਰਾਜ ਉਪਦੇਸ਼ ਕਰਦੇ ਨੇ ਨਾ, ਭਾਂਡਾ ਹੱਛਾ ਸੋਈ ਜੋ ਤਿਸ ਭਾਉ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਈ ਸੀ। ਇੱਥੇ ਭਾਂਡਾ ਜਿਹੜਾ ਹੈ ਹਿਰਦੇ ਵਾਸਤੇ ਆਇਆ ਹੈ। ਮਹਾਰਾਜ ਕਹਿੰਦੇ ਨੇ ਉਸ ਅਕਾਲ ਪੁਰਖ ਨੇ ਇਸ ਸ੍ਰਿਸ਼ਟੀ ਦੀ ਰਚਨਾ ਰਚੀ ਹੈ, ਅਤੇ ਸਾਰੇ ਜਿਤਨੇ ਸਰੀਰ ਬਣਾਏ ਨੇ ਉਹਨਾਂ ਦੇ ਵਿੱਚ ਕੁਝ ਨਾ ਕੁਝ ਪਾਇਆ ਹੈ ਉਸਨੇ। ਮਹਾਰਾਜ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਕੀ ਉਸ ਦੀ ਖੇਡ ਹੈ। ਅਗਲੀ ਤੁਕੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ। ਹੁਣ ਮਹਾਰਾਜ ਕਹਿੰਦੇ ਨੇ ਕੁਝ ਭਾਂਡਿਆਂ ਦੇ ਵਿੱਚ ਤੇ ਦੁੱਧ ਪਾ ਦਿੱਤਾ ਉਸਨੇ, ਅਤੇ ਕੁਝ ਭਾਂਡੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਕਿ ਆਪ ਜਾਣਦੇ ਹੋ, ਸਰਦੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਕਈ ਥਾਂ 'ਤੇ ਇੱਕ ਥੱਲੇ ਜ਼ਮੀਨ ਦੇ ਵਿੱਚ ਥਾਂ ਬਣਾ ਕੇ ਉਸ ਵਿੱਚ ਮਿੱਟੀ ਦਾ ਭਾਂਡਾ ਦੱਬ ਦਿੱਤਾ ਜਾਂਦਾ ਸੀ। ਉਸ ਦੇ ਹਰ ਵੇਲੇ ਅੱਗ ਛੱਡਦੀ ਰਹਿੰਦੀ ਸੀ, ਅਤੇ ਉਹਦੇ ਵਿੱਚ ਪਾਣੀ ਗਰਮ ਹੀ ਹੁੰਦਾ ਰਹਿੰਦਾ ਸੀ।
ਜਿਸ ਕਿਸੇ ਨੂੰ ਪਾਣੀ ਦੀ ਲੋੜ ਹੈ ਉੱਥੋਂ ਪਾਣੀ ਲੈ ਲੈਂਦਾ ਸੀ। ਇਸੇ ਤਰੀਕੇ ਦੇ ਨਾਲ ਜਿਹੜੇ ਰੰਗਣ ਵਾਲੇ ਨੇ, ਰੰਗਾਰੀ ਨੇ, ਉਹ ਵੀ ਇੱਕ ਭਾਂਡਾ ਜਿਹੜਾ ਹਮੇਸ਼ਾ ਅੱਗ 'ਤੇ ਚਾੜੀ ਰੱਖਦੇ ਨੇ। ਇਹ ਉਹ ਭਾਂਡੇ ਨੇ ਜਿਹੜੇ ਹਰ ਵੇਲੇ ਅੱਗ ਵਿੱਚ ਸੜਦੇ ਰਹਿੰਦੇ ਨੇ, ਅਤੇ ਕੁਝ ਉਹ ਭਾਂਡੇ ਨੇ ਜਿਨ੍ਹਾਂ ਵਿੱਚ ਅੰਮ੍ਰਿਤ ਵਰਗਾ ਦੁੱਧ ਪਾਇਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਮਨੁੱਖਾਂ ਦੇ ਸਰੀਰ ਨੇ। ਕੁਝ ਸਰੀਰਾਂ ਦੇ ਵਿੱਚ ਮਹਾਰਾਜ ਨੇ, ਅਕਾਲ ਪੁਰਖ ਨੇ ਬਖਸ਼ਿਸ਼ ਕਰਕੇ ਅੰਮ੍ਰਿਤ ਰੂਪੀ ਨਾਮ ਪਾ ਦਿੱਤਾ, ਗੁਣ ਪਾ ਦਿੱਤੇ ਨੇ, ਅਤੇ ਕੁਝ ਸਰੀਰਾਂ ਦੇ ਵਿੱਚ ਅਵਗੁਣ ਪਾ ਦਿੱਤੇ ਨੇ। ਜਿਨ੍ਹਾਂ ਵਿੱਚ ਗੁਣ ਪਾ ਦਿੱਤੇ ਨੇ ਉਹ ਗੁਣਾਂ ਦੇ ਕਰਕੇ ਸੁਖੀ ਨੇ, ਉਹਨਾਂ ਦੇ ਮਨ ਦੇ ਵਿੱਚ ਆਨੰਦ ਹੈ, ਖੇੜਾ ਹੈ। ਪਰ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਵਿੱਚ ਅਵਗੁਣ ਪਾ ਦਿੱਤੇ, ਈਰਖਾ ਪਾ ਦਿੱਤੀ, ਕ੍ਰੋਧ ਪਾ ਦਿੱਤਾ, ਉਹ ਇੰਝ ਜਾਣੋ ਜਿਵੇਂ ਉਹ ਭਾਂਡੇ ਦੀ ਤਰ੍ਹਾਂ ਹਰ ਵੇਲੇ ਸੜਦੇ ਹੀ ਰਹਿੰਦੇ ਨੇ। ਉਹਨਾਂ ਦੇ ਮਨ ਦੇ ਵਿੱਚ ਕ੍ਰੋਧ ਦੀ, ਈਰਖਾ ਦੀ ਅਗਨੀ ਜਿਹੜੀ ਹੈ ਉਹ ਭਖਦੀ ਹੀ ਰਹਿੰਦੀ ਹੈ। ਮਹਾਰਾਜ ਨੇ ਕਿੰਨਾ ਕੁਝ ਕੀਤਾ ਹੈ, ਕੀ ਸ੍ਰਿਸ਼ਟੀ ਅਕਾਲ ਪੁਰਖ ਨੇ ਬਣਾਈ ਹੈ। ਅਸੀਂ ਸ਼ਬਦ ਪੜ੍ਹਦੇ ਹਾਂ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦੜੀ ਨਾਹੀ, ਕਾਹੂ ਖਾਨ ਪਰਾਰਾ। ਇਹ ਰਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਲੀਜੈ ਰੇ ਮਨ। ਭਗਤ ਕਬੀਰ ਜੀ ਕਹਿੰਦੇ ਨੇ ਕਿਸੇ ਨੂੰ ਤਾਂ ਉਹਨੇ ਰੇਸ਼ਮ ਦੇ ਵਸਤਰ ਦੇ ਦਿੱਤੇ ਨੇ, ਸੌਣ ਵਾਸਤੇ ਸੋਹਣੇ ਪਲੰਗ ਦੇ ਦਿੱਤੇ ਨੇ, ਪਰ ਕਿਸੇ ਕੋਲ ਕੋਈ ਫਟੀ ਹੋਈ ਗੁਦੜੀ ਵੀ ਨਹੀਂ ਹੈ, ਉਹਦੇ ਗੁਜ਼ਾਰੇ ਵਾਸਤੇ ਕੁਝ ਨਹੀਂ ਹੈ। ਭਗਤ ਕਬੀਰ ਜੀ ਕਹਿੰਦੇ ਨੇ ਮਨ ਦੇ ਵਿੱਚ ਫਿਰ ਵੀ ਈਰਖਾ ਨਾ ਕਰੋ, ਸੁਕ੍ਰਿਤ ਕਰੋ, ਚੰਗੇ ਕਰਮ ਕਰਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਜੋ ਤੁਹਾਨੂੰ ਮਿਲੇ ਉਹ ਲੈ ਲੈਣਾ ਚਾਹੀਦਾ ਹੈ। ਅੱਗੇ ਭਗਤ ਜੀ ਕਹਿੰਦੇ ਨੇ, ਕੁਮਹਾਰਾ ਏਕ ਜੋ ਮਾਟੀ ਗੂੰਦੀ, ਬਹੁਵਿਧ ਬਾਣੀ ਲਾਈ, ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਬਿਆਦ ਲਗਾਈ। ਕਹਿੰਦੇ ਨੇ ਕੁਮਾਰ ਮੱਟੀ ਗੁੰਦਾ ਹੈ, ਉਸ ਮੱਟੀ ਨਾਲ ਭਾਂਡੇ ਤਿਆਰ ਕਰਦਾ ਹੈ। ਹੁਣ ਕਿਸੇ ਭਾਂਡੇ ਨੂੰ ਤੇ ਉਹ ਇੰਝ ਹੀ ਰੱਖ ਦਿੰਦਾ ਹੈ, ਉੱਤੇ ਲਾ ਕੇ ਕੋਈ ਪਾਣੀ ਲਾ ਦਿੱਤਾ, ਘਾਹ ਲਾ ਦਿੱਤਾ, ਪਰ ਕੁਝ ਭਾਂਡਿਆਂ ਨੂੰ ਉਹ ਬੜੇ ਪ੍ਰੇਮ ਦੇ ਨਾਲ ਸਜਾਉਂਦਾ ਹੈ, ਮੋਤੀ ਲਾਉਂਦਾ ਹੈ, ਮੋਤੀਆਂ ਦੇ ਹਾਰ ਛਿਪਕਾ ਦਿੰਦਾ ਹੈ, ਰੰਗ ਕਰ ਦਿੰਦਾ ਹੈ ਉਹਨਾਂ ਨੂੰ। ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਨੇ ਸਰੀਰ ਰੂਪੀ ਭਾਂਡੇ ਬਣਾਏ ਨੇ, ਅਤੇ ਕਿਸੇ ਨੂੰ ਸੋਹਣਾ ਸਜਾ ਦਿੱਤਾ ਹੈ ਅਤੇ ਕਿਸੇ ਨੂੰ ਦੁੱਖ ਦੇ ਦਿੱਤੇ ਨੇ। ਇੱਕ ਥਾਂ ਹੋਰ ਵੀ ਮਹਾਰਾਜ ਕਹਿੰਦੇ ਨੇ, ਇੱਕ ਕਲ ਮਾਟੀ ਕੁੰਜਰ ਚੀਟੀ, ਭਾਜਨ ਹੈ ਬੋ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ। ਕਹਿੰਦੇ ਨੇ ਮਾਟੀ ਤਾਂ ਇੱਕੋ ਹੀ ਹੈ, ਉਸੇ ਦੇ ਨਾਲ ਹਾਥੀ ਵੀ ਬਣਾ ਦਿੱਤਾ ਉਸ ਅਕਾਲ ਪੁਰਖ ਨੇ, ਚੀਟੀ ਵੀ ਬਣਾ ਦਿੱਤੀ। ਅਸਥਾਵਰ ਕਹਿੰਦੇ ਨੇ ਜਿਹੜੇ ਇੱਕ ਜਗ੍ਹਾ ਖੜੇ ਨੇ ਜਿਵੇਂ ਦਰਖਤ ਨੇ, ਉਹ ਵੀ ਉਸ ਤੋਂ ਬਣਾ ਦਿੱਤੇ। ਅਤੇ ਜਿਹੜੇ ਚੱਲਣ ਵਾਲੇ ਨੇ ਜੰਗਮ, ਕੀੜੇ ਮਕੌੜੇ। ਪਰ ਮਹਾਰਾਜ ਕਹਿੰਦੇ ਨੇ ਕਿ ਸਾਰਿਆਂ ਦੇ ਵਿੱਚ ਅਕਾਲ ਪੁਰਖ ਹੈ, ਆਪ ਹੀ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ। ਇਹ ਉਸ ਦੀ ਲੀਲਾ ਹੈ। ਰੋਜ਼ ਪੜ੍ਹਦੇ ਆ ਰਹਿਰਾਸ ਸਾਹਿਬ ਵਿੱਚ, ਤੂੰ ਘਟ ਘਟ ਅੰਤਰ ਸਰਮ ਨਿਰੰਤਰ ਜੀ, ਹਰੇਕ ਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਰਾਣਾ। ਇਹ ਤੇਰੇ ਚੋਜ ਜਿਹੜੇ ਨੇ ਅਨੋਖੇ ਨੇ ਅਕਾਲ ਪੁਰਖ, ਇਹ ਤੇਰੇ ਚੋਜ ਹੀ ਨੇ। ਕਿਸੇ ਨੂੰ ਭਿਖਾਰੀ ਬਣਾ ਦਿੰਦਾ ਹੈ ਅਤੇ ਕਿਸੇ ਨੂੰ ਤੂੰ ਦਾਤਾ ਬਣਾ ਦਿੰਦਾ ਹੈ। ਮਹਾਰਾਜ ਕਹਿੰਦੇ ਨੇ ਪਰ ਇਹ ਜਿਹੜੀ ਪੰਜ ਤੱਤ ਦੀ ਕਾਇਆ ਸਰੀਰ ਜਿਹੜੇ ਨੇ ਜੀਵਾਂ ਦੇ ਉਸ ਅਕਾਲ ਪੁਰਖ ਨੇ ਬਣਾਏ ਨੇ, ਇਹ ਉਹੀ ਕਰ ਸਕਦਾ ਹੈ, ਹੋਰ ਕੋਈ ਇਹ ਕਰ ਨਹੀਂ ਸਕਦਾ। ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕਿਸੇ ਵੀ ਸੱਤਿਆ ਹੀ ਨਹੀਂ ਕੋਈ ਛੇਵਾਂ ਤੱਤ ਬਣਾ ਦੇਵੇ। ਮਹਾਰਾਜ ਕਹਿੰਦੇ ਨੇ ਪੰਜ ਤੱਤ ਕਰ ਤੂੰ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਕਹਿੰਦੇ ਜੇ ਕੋਈ ਕਰ ਸਕਦਾ ਹੈ ਤੇ ਕਰਕੇ ਵਿਖਾਵੇ, ਕੋਈ ਛੇਵਾਂ ਤੱਤ ਬਣਾ ਕੇ ਦਿਸਾਵੇ। ਇੱਕ ਨਾ ਸਤਿਗੁਰ ਮੇਲ ਤੂੰ ਮਿਲਾਵੇਂ, ਇੱਕ ਮਨਮੁਖ ਕਰੈ ਸੀਰ ਹੋਵੇ। ਕਹਿੰਦੇ ਨੇ ਤੇਰੀ ਬਖਸ਼ਿਸ਼ ਹੁੰਦੀ ਹੈ, ਤੂੰ ਆਪ ਗੁਰੂ ਨਾਲ ਮਿਲਾ ਦਿੰਦਾ ਹੈ, ਅਤੇ ਜੇ ਤੇਰੀ ਬਖਸ਼ਿਸ਼ ਨਹੀਂ ਹੁੰਦੀ ਤਾਂ ਜਿਹੜੇ ਮਨਮੁਖ ਨੇ ਉਹ ਫਿਰ ਇਸ ਸੰਸਾਰ ਵਿੱਚ ਰੋਂਦੇ ਹੀ ਚੱਲੇ ਜਾਂਦੇ ਨੇ। ਸੋ ਮਹਾਰਾਜ ਨੇ ਬਖਸ਼ਿਸ਼ ਕਰਕੇ, ਕਿਰਪਾ ਕਰਕੇ ਸਾਨੂੰ ਇਹ ਉਪਦੇਸ਼ ਦਿੱਤਾ ਹੈ। ਅੱਗੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਹੁਣ ਕਈਆਂ ਨੂੰ ਤੂੰ ਸੌਣ ਵਾਸਤੇ ਸੋਹਣੇ ਬਿਸਤਰ ਦੇ ਦਿੰਦਾ ਹੈ। ਨਿਹਾਲੀ ਦਾ ਅਰਥ ਹੈ ਤਿਲਾਈ, ਤਿਲਾਈਆਂ 'ਤੇ ਸੌਂਦੇ ਨੇ। ਅਤੇ ਕੁਝ ਹੈਗੇ ਨੇ ਜਿਹੜੇ ਉਹਨਾਂ ਦੀ ਚੌਕੀਦਾਰੀ ਕਰਦੇ ਨੇ, ਰਾਤ ਰਾਤ ਭਰ ਡੰਡੇ ਲੈ ਕੇ, ਬੰਦੂਕਾਂ ਲੈ ਕੇ ਖੜੇ ਰਹਿੰਦੇ ਨੇ ਸਾਰੀ ਰਾਤ। ਮਹਾਰਾਜ ਕਹਿੰਦੇ ਨੇ ਇਹ ਸਭ ਤੇਰੀ ਖੇਡ ਹੈ, ਤੇਰੇ ਚੋਜ ਵਜਾਣੇ ਨੇ।
पर अगे महाराज बख्शिश कर ने तिना सवारे नानका जिन को नदर करे। पर जिस दे उत्ते तेरी बख्शिश हुंदी है ਉਹੀ ਸਰੀਰ ਜਿਹੜਾ ਹੈ ਸੰਸਾਰ ਵਿੱਚ ਸੰਵਾਰਿਆ ਜਾਂਦਾ ਹੈ, ਉਹੀ ਸੰਵਰਦਾ ਹੈ। ਸੰਵਾਰਨ ਦਾ ਅਰਥ ਹੈ ਉਹ ਪਰਮਾਤਮਾ ਨੂੰ ਯਾਦ ਰੱਖਦਾ ਹੈ, ਉਹ ਰੱਬ ਨੂੰ ਚੇਤੇ ਰੱਖਦਾ ਹੈ, ਰੱਬੀ ਗੁਣਾਂ ਦਾ ਧਾਰਨੀ ਬਣਦਾ ਹੈ, ਤਾਂ ਹੀ ਉਹ ਸੰਵਰਦਾ ਹੈ। ਅੱਗੇ ਮਹਾਰਾਜ ਦੂਜੇ ਸ਼ਲੋਕ ਵੀ ਬਖਸ਼ਿਸ਼ ਕਰ ਰਹੇ ਨੇ, ਆਪੇ ਸਾਜੇ ਕਰੇ ਆਪ ਜਾਈ ਵੀ ਰੱਖੇ ਆਪ। ਮਹਾਰਾਜ ਕਹਿੰਦੇ ਨੇ ਉਹ ਅਕਾਲ ਪੁਰਖ ਜਿਹੜਾ ਹੈ ਆਪ ਹੀ ਸਾਰਿਆਂ ਨੂੰ ਸਾਜਦਾ ਹੈ, ਬਣਾਉਂਦਾ ਹੈ ਅਤੇ ਹਰ ਥਾਂ ਥਾਂ 'ਤੇ ਉੱਤੇ ਉਹ ਆਪ ਹੀ ਸਾਰਿਆਂ ਨੂੰ ਰੱਖ ਦਿੰਦਾ ਹੈ, ਸਾਰਿਆਂ ਨੂੰ ਟਿਕਾ ਦਿੰਦਾ ਹੈ। ਤਿਸ ਵਿੱਚ ਜਾਂਤੀ ਉਪਾਏ ਕਹਿ ਦੇਖੈ ਥਾਪ ਉਥਾਪ। ਇਹ ਧਰਤੀ ਜਿਹੜੀ ਹੈ, ਇਹ ਜਿਹੜੀ ਧਰਤੀ ਦੀ ਥਾਂ ਹੈ, ਇਸ ਦੇ ਵਿੱਚ ਅਕਾਲ ਪੁਰਖ ਨੇ ਤਰ੍ਹਾਂ ਤਰ੍ਹਾਂ ਦੇ ਜੰਤ ਪੈਦਾ ਕੀਤੇ ਨੇ, ਜੀਵ ਪੈਦਾ ਕੀਤੇ ਨੇ, ਆਪ ਹੀ ਉਹਨਾਂ ਨੂੰ ਬਣਾਉਂਦਾ ਹੈ। ਥਾਪ ਦਾ ਅਰਥ ਹੈ ਆਪ ਹੀ ਉਹਨਾਂ ਨੂੰ ਪੈਦਾ ਕਰਦਾ ਹੈ, ਬਣਾਉਂਦਾ ਹੈ, ਟਿਕਾਉਂਦਾ ਹੈ। ਅਤੇ ਉਤਾਪ ਦਾ ਅਰਥ ਹੈ ਆਪੇ ਉਹਨਾਂ ਨੂੰ ਨਸ਼ਟ ਕਰ ਦਿੰਦਾ ਹੈ। ਆਪ ਹੀ ਬਣਾਉਂਦਾ ਹੈ, ਆਪ ਹੀ ਲੈ ਕਰ ਲੈਂਦਾ ਹੈ। ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ। ਮਹਾਰਾਜ ਕਹਿੰਦੇ ਨੇ ਕਿਸ ਨੂੰ ਕੀ ਕਹਿ ਸਕਦੇ ਹੋ, ਉਹ ਅਕਾਲ ਪੁਰਖ ਆਪਣੇ ਆਪ ਦੇ ਵਿੱਚ ਆਪ ਹੀ ਹੈ, ਉਹਦੇ ਵਰਗਾ ਹੋਰ ਕੋਈ ਦੂਜਾ ਹੈ ਨਹੀਂ। ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਸ੍ਰਿਸ਼ਟੀ ਨੂੰ ਖਤਮ ਕਰਦਾ ਹੈ, ਆਪ ਹੀ ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਆਪ ਹੀ ਜੀਵਾਂ ਦੀ ਸਾਰ ਸੰਭਾਲ ਕਰਦਾ ਹੈ। ਕਿਤਨਾ ਕੁ ਵੱਡਾ ਹੈ ਉਹ ਅਕਾਲ ਪੁਰਖ। ਮਹਾਰਾਜ ਪੌੜੀ ਵਿੱਚ ਬਖਸ਼ਿਸ਼ ਕਰ ਰਹੇ ਨੇ, ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਕਹਿੰਦੇ ਨੇ ਉਸ ਵੱਡੇ ਦੀਆਂ ਕਿਤਨੀਆਂ ਕੁ ਵਡਿਆਈਆਂ ਨੇ, ਕਿਤਨੇ ਕੁ ਉਸ ਦੇ ਗੁਣ ਨੇ। ਅਸੀਂ ਜਿਤਨਾ ਮਰਜ਼ੀ ਯਤਨ ਕਰ ਲਈਏ ਅਸੀਂ ਉਸ ਦੇ ਗੁਣ ਕਹਿ ਨਹੀਂ ਸਕਦੇ। ਭਾਵੇਂ ਸਾਡੀ ਕਿਤਨੀ ਉਮਰ ਹੋ ਜਾਵੇ, ਕਿਤਨਾ ਜਪ ਤਪ ਕਰ ਲਈਏ, ਪਰ ਕਦੇ ਵੀ ਅਸੀਂ ਉਸ ਦੀ ਵਡਿਆਈ ਜਿਹੜੀ ਹੈ ਉਸ ਦਾ ਪਤਾ ਨਹੀਂ ਲਗਾ ਸਕਦੇ, ਕਿਤਨਾ ਕੁ ਵੱਡਾ ਹੈ ਉਹ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸ਼੍ਰੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਕੋਟ ਕੋਟ ਮੇਰੀ ਆਰਜਾ ਪਵਨ ਪੀਵਨ ਅਪਿਆਓ ਚੰਨ ਸੂਰਜ ਦੇ ਗੁਫਾ ਨਾ ਦੇਖਾਂ ਸੁਪਨੇ ਸੌਂ ਨਾ ਥਾਉ। ਮਹਾਰਾਜ ਕਹਿੰਦੇ ਨੇ ਕਿਧਰੇ ਮੇਰੀ ਕਰੋੜਾਂ ਸਾਲਾਂ ਦੀ ਉਮਰ ਹੋ ਜਾਏ ਅਤੇ ਇਹਨਾਂ ਕਰੋੜਾਂ ਸਾਲਾਂ ਦੇ ਵਿੱਚ ਮੈਂ ਕੁਝ ਖਾਵਾਂ ਪੀਣਾ, ਕੁਝ ਪੀਵਾਂ ਪੀਣਾ, ਹਵਾ ਦੇ ਸਹਾਰੇ ਰਵਾਂ ਅਤੇ ਮੈਂ ਚੰਦ ਸੂਰਜ ਜਿਹੜੇ ਨੇ ਮੈਨੂੰ ਦਿਸਣ ਨਾ, ਕਿਸੇ ਗੁਫਾ ਦੇ ਵਿੱਚ ਬੈਠ ਕੇ ਮੈਂ ਉਸ ਪਰਮਾਤਮਾ ਨੂੰ ਯਾਦ ਕਰਦਾ ਰਹਾਂ। ਇਸ ਦਾ ਅਰਥ ਇਹ ਨਹੀਂ ਕਿ ਮਹਾਰਾਜ ਨੇ ਇਹ ਕਰਨਾ ਹੈ, ਇਹ ਸਾਨੂੰ ਸਮਝਾਉਣ ਵਾਸਤੇ ਮਹਾਰਾਜ ਕਹਿ ਰਹੇ ਨੇ ਕਿ ਕੋਈ ਜੇ ਇੰਨੀ ਕਾਲਨਾ ਕਾਲੇ, ਇੰਨੀ ਮਿਹਨਤ ਕਰੇ ਕਿ ਸਾਰਾ ਦਿਨ ਰਾਤ ਕਰੋੜਾਂ ਸਾਲਾਂ ਵਿੱਚ ਉਹ ਪਰਮਾਤਮਾ ਨੂੰ ਯਾਦ ਕਰਦਾ ਰਹੇ, ਸੰਸਾਰ ਨੂੰ ਦੇਖੇ ਹੀ ਨਾ। ਮਹਾਰਾਜ ਕਹਿੰਦੇ ਨੇ ਵੀ ਤੇਰੀ ਕੀਮਤ ਨਾ ਪਵੈ ਹੋਂ ਕੇਵੜ ਆਖਾਂ ਨਾ ਹੋ। ਕਹਿੰਦੇ ਨੇ ਫਿਰ ਵੀ ਕੋਈ ਤੇਰੀ ਕੀਮਤ ਪਾ ਨਹੀਂ ਸਕਦਾ। ਤੇਰੀ ਕਿਤਨੀ ਵਡਿਆਈ ਹੈ ਉਸ ਨੂੰ ਕੋਈ ਜਾਣ ਨਹੀਂ ਸਕਦਾ, ਕਿਉਂ ਤੂੰ ਹੈ ਹੀ ਬਹੁਤ ਵੱਡਾ। ਆਪਾਂ ਪੜ੍ਹਦੇ ਹਾਂ, ਰੋਜ਼ ਸੁਣਦੇ ਹਾਂ, ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਉਸ ਅਕਾਲ ਪੁਰਖ ਦਾ ਮਰਤਬਾ ਕਿਤਨਾ ਕੁ ਵੱਡਾ ਹੈ, ਕਿਉਂਕਿ ਉਸ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਖੰਡ ਬ੍ਰਹਿਮੰਡ ਬਣਾਏ ਨੇ। ਕਿਤਨਾ ਕੁ ਪਸਾਰਾ ਹੈ ਕੋਈ ਉਸ ਨੂੰ ਸਮਝ ਨਹੀਂ ਸਕਦਾ। ਸਾਡੀ ਬੁੱਧ ਬਹੁਤ ਥੋੜੀ ਹੈ। ਮਹਾਰਾਜ ਕਹਿੰਦੇ ਨੇ ਅਸੀਂ ਤਾਂ ਉਸ ਨੂੰ ਵੱਡਾ ਵੱਡਾ ਕਰਕੇ ਸਰਾਹਣਾ ਹੈ, ਵੱਡਾ ਵੱਡਾ ਕਰਕੇ ਉਸ ਦੀ ਉਸਤਤ ਕਰਨੀ ਹੈ, ਤਾਂ ਕਿ ਅਸੀਂ ਵੀ ਉਸ ਦੇ ਨਾਲ ਇਕਮਿਕ ਹੋ ਜਾਈਏ। ਸੋ ਕਰਤਾ ਕਾ ਦਰ ਕਰੀਮ ਦੇ ਜੀਆਂ ਰਿਜਕ ਸਮਾਏ। ਮਹਾਰਾਜ ਕਹਿੰਦੇ ਨੇ ਉਹ ਕਰਤਾ ਹੈ, ਸਾਰਿਆਂ ਨੂੰ ਬਣਾਉਣ ਵਾਲਾ ਹੈ, ਕਰੀਮ ਹੈ, ਦਿਆਲੂ ਹੈ ਬੜਾ, ਸਾਰਿਆਂ 'ਤੇ ਦਇਆ ਕਰਨ ਵਾਲਾ ਹੈ, ਸਾਰਿਆਂ ਨੂੰ ਰਿਜਕ ਦੇ ਰਿਹਾ ਹੈ, ਸਾਰਿਆਂ ਨੂੰ ਰਿਜਕ ਪਹੁੰਚਾ ਰਿਹਾ ਹੈ। ਇੱਕ ਤਾਂ ਹੁੰਦਾ ਹੈ ਕਿਸੇ ਨੂੰ ਰਿਜਕ ਬਣਾ ਦੇਣਾ ਕਿਸੇ ਵਾਸਤੇ, ਪਰ ਉਹ ਰਿਜਕ ਬਣਾ ਕੇ ਸਾਰਿਆਂ ਤੱਕ ਪਹੁੰਚਾ ਰਿਹਾ ਹੈ। ਕੋਈ ਜਿੱਥੇ ਜਿੱਥੇ ਹੈ ਉੱਥੇ ਉੱਥੇ ਰਿਜਕ ਉਸ ਦਾ ਅਪਣਾ ਰਿਹਾ ਹੈ। ਉਹ ਅਕਾਲ ਪੁਰਖ ਇਤਨਾ ਮਹਾਨ ਹੈ। ਸਾਈ ਕਾਰ ਕਮਾਵਣੀ ਧੁਰ ਛੋਡੀ ਤਿਨੈ ਪਾਏ। ਕਹਿੰਦੇ ਨੇ ਜੀਵ ਤੇ ਉਹੀ ਕਾਰ ਕਰ ਰਹੇ ਨੇ ਜੋ ਉਸ ਅਕਾਲ ਪੁਰਖ ਨੇ ਉਹਨਾਂ ਦੇ ਭਾਗਾਂ ਦੇ ਵਿੱਚ ਲਿਖ ਦਿੱਤੀ ਹੈ, ਪਾ ਦਿੱਤੀ ਹੈ, ਜੋ ਉਸਨੇ ਉਹਨਾਂ ਦੇ ਜਿਹੜਾ ਉਹਨਾਂ ਦਾ ਭਵਿੱਖ ਹੈ ਉਸ ਵਿੱਚ ਲਿਖ ਦਿੱਤਾ ਹੈ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ। ਮਹਾਰਾਜ ਕਹਿੰਦੇ ਨੇ ਇਹ ਅਕਾਲ ਪੁਰਖ ਪ੍ਰਭੂ ਤੂੰ ਹੀ ਹੈ ਇੱਕ ਸਾਡਾ,
तेरे तो अलावा साड़ी कोई होर थां ही नहीं जिस दे कोल जाके असी पुकार कर सकीए। साडा होर कोई सहारा नहीं, साड़ी होर कोई ओट नहीं जिस दे कोल जाके असी अरदास कर सकीए। क्योंकि सो करे जे तिसै रजाए, जो तू चाहना है वही तू करदा है। जो तेरी रजा हुंदी है, जो तेरा पाना हुंदा है, इस संसार दे विच ਉਹੀ कुछ हुंदा है। साध संगत जी सतगुर सानू उपदेश कर रहे ने, ओट आसरा लेना है इको सकाल पुरख दा लेना है, गुरु दा लेना है। होर किधरे भटकण दी लोड़ नहीं, होर साडी कोई थां भी नहीं। जे असी किधरे होर जाने है साडी भुल है। जे साडा गुरु ते विश्वास है, जे साडा अकाल पुरख ते विश्वास है, तो सब कुछ सानू इत्थों ही प्राप्त होएगा। साडे मन की शांति, साडे मन का सुकून, साडे मन दे विच उस अकाल पुरख का निवास तां ही होएगा जे असी उस दे उत्ते भरोसा करांगे, उस दे उत्ते विश्वास करांगे। बड़ा वड्डा सवाल है। सब तो पहली गल विश्वास दी है, मन दे विच भावना दी है, भरोसे दी है। जदों साडे मन दे विच ये विश्वास दृढ़ हो जाए कि उस अकाल पुरख तो अलावा दूजा और कोई नहीं, उस दे अगे ही अरदास करनी है। गुरु तो अलावा साडा होर कोई नहीं, गुरु ही साडी बांह फड़ के सानू उत्थे पहुँचा सकता है। फिर असी धर्म के मार्ग ते तुरदे हाँ। जे ये नहीं तां समझ लो साडी धर्म की यात्रा शुरू ही नहीं हुई। धर्म की यात्रा आरंभ ही साडे विश्वास तो होंदी है। तां ही असी रोज़ अरदास दे विच बेनती करते हाँ, सिखां नूं सिੱਖੀ दान, केस दान, रहत दान, विवेक दान, विसाह दान, भरोसा दान। विसाह ते भरोसा गल तां इक्को ही है, पर दो बारी किया गया है। जदों ये साडे मन विच बैठ जाएगा, फिर साडा मन जिहड़ा है वो बाणी नाल जुड़ेगा, साडा मन जिहड़ा है नाम दे नाल जुड़ेगा, साडा मन जिहड़ा है उस अकाल पुरख दे नाल जुड़ेगा। तां ही साडा इस जीवन ते आउणा सफल है। धन धन सतगुरु श्री गुरु नानक देव महाराज ने बेअंत बख्शिश करके ये बाणी सानू बख्शिश कीती है। इतने समय तो आपां विचारां कर रहे हाँ जो उपदेश सतगुरु ने सानू बख्शिया है। देखो बाणी ते गुरु ग्रंथ साहिब दे विच सारी उपदेश दे रही है, पर बाणी नू पढ़ना, बाणी नू सुनना अते बाणी नू समझना, ये तीन गल्लां बड़ियां जरूरी ने। जे असी बाणी पढ़ी जावांगे, समझांगे नहीं तां भी इतना लाभ सानू नहीं मिलेगा। बाणी नू पढ़ के समझना बड़ा जरूरी है। गुरु साहब सानू की उपदेश दे रहे ने, साडी लाइफ जिहड़ी है, साडी जीवन जिहड़ा है वो असी किवें बनाना है, ये ज्ञान सानू बाणी विचों मिलदा है। अज असी धन धन सतगुरु श्री गुरु ग्रंथ साहिब महाराज जी का पहला प्रकाश भी मना रहे हाँ। सतगुरां दी सारी बाणी जिहड़ी है सानू उस धर्म का ज्ञान दिंदी है। जिथे उस अकाल पुरख तक पुजण का मार्ग सानू दसदी है, उथे संसार दे विच किवें असी जीवन जीवना है, ये भी बाणी सानू दसदी है। सतगुरां ने आप बख्शिश करके आशा जी की वार की ये विचार संपूर्ण कराई है। बेअंत बेअंत भुल्लां गलतियां हो गई होणगियां। सतगुरु बख्शिंद ने, संगत बख्शिंद है, बख्श लेना जी। सतगुरु बख्शिश करन, किरपा करन, इस तरह संगतां दी सेवा करन दी समर्था बख्शण। आओ धन धन सतगुरु श्री गुरु ग्रंथ साहिब महाराज जी के चरणों के अपनी प्रीत, अपने प्रेम के फुल अर्पण करिए। सतगुरां ने धन धन श्री गुरु अर्जन देव महाराज जिन्हां दा अज गुरता गद्दी दिवस भी है, जिन्हां ने कि सन 1604 दे विच जदों भाई गुरदास जी नूं रामसर वाले स्थान पर बिठा के श्री गुरु ग्रंथ साहिब महाराज जी की संपूर्णता की, उस समय तक जो भी बाणी सी सतगुरां ने संपादित करके एक वेरवे दे नाल, तरीके दे नाल श्री गुरु ग्रंथ साहिब दे विच अंकित कराई। अते बाणी संपूर्ण होण ते, श्री गुरु ग्रंथ साहिब की लिखत संपूर्ण होण ते सतगुरां ने फिर दुनिया नूं दस्सण दे वास्ते कि ये बाणी जिहड़ी है ये कोई आम बाणी नहीं है, ये ग्रंथ कोई आम ग्रंथ नहीं है, ये ग्रंथ गुरु ग्रंथ है। श्री गुरु ग्रंथ साहिब नूं बाणी नूं गुरु का दर्जा तो महाराज ने बहुत पहला दे दिता सी। जदों सतगुरां ने बाणी विच आप ही आख दिता, बाणी गुरु, गुरु है बाणी विच बाणी अमृत सारे। ते बाणी तो गुरु धुरों तो ही है, पर रस्मी तौर पर धन गुरु कलगीधर महाराज ने जदों
परलोक पियाना किया जोती उस समाए ने रस्मी तौर पर श्री गुरु ग्रंथ साहब महाराज जी ने गुरता गद्दी दी सीगी। सतगुरु श्री गुरु अर्जन देव महाराज जी ने जदों श्री गुरु ग्रंथ साहब महाराज जी संपूर्णता हुई है तो रामसर तो सतगुरु जी का स्वरूप श्री दरबार साहब अमृतसर लैके आए ने। इतिहास आप हर साल सुनते हो। बाबा बुढ़ा साहब जिन्हां दी उम्र उस वेले 98 साल की सी, उन्हां दे शीश दे उत्ते सतगुरां ने गुरु ग्रंथ साहब महाराज जी का स्वरूप सजाया अते आप पिछे चौर करते हुए दरबार साहब सचखंड श्री हरमंदर साहब पुजे ने सतगुरु। उत्थे जाके महाराज ने बाबा बुढ़ा जी नूं कहा कि हुण तुसीं गुरु ग्रंथ साहब का प्रकाश करो, गुरु ग्रंथ साहब जी नूं खोलो अते इस दे विचों आवाज़ां लओ, इस दे विचों हुक्म लओ। बाबा बुढ़ा ने सतगुरु साहब के उपदेश नूं मंनदियां होइयां श्री गुरु ग्रंथ साहब जी का पहला प्रकाश किया अते जिहड़ा वाक आया आप सारे ही जानते हो, सूई महला पंजवां संतां के कारज आप खलोया हर कम करावन आया नाम। ये उस वेले पहला हुक्मनामा आया सी जिहड़ा कि सतगुरां ने बख्शिश करके कृपा करके आप ही उच्चारण किया सी। ये जिहड़ा हुक्मनामा है सूई महला पंजवां गुरु अर्जन साहब महाराज ने आप ही उच्चारण किया सी, पर जदों हुक्मनामे की संपूर्णता हुई है तो सतगुरां ने आप ही मत्था टेकिया है। कमाल की गल है, आप ही उच्चारण करने वाले ने आप ही मत्था टेक रहे हैं, क्योंकि उन्होंने दस दिता कि ये बाणी जिहड़ी है ये कोई आम गीत नहीं, ये कोई कविता नहीं है, ये तो बाणी वाहो वाहो बाणी निरंकार है। इस करके सारिਆਂ ਨੂੰ बाणी का सत्कार करना चाहिए है। सारिਆਂ ਨੂੰ बाणी ਨੂੰ ਤਾਂ ਹੀ ਅਸੀਂ नमस्कार करते हाँ ना कि बाणी जिहड़ी है सानू ज्ञान दिंदी है, उस अकाल पुरख का ज्ञान दिंदी है। संसार दियाँ पुस्तकां संसारी ज्ञान दिंदियां ने, संसार दियाँ पुस्तकां पदार्थां का ज्ञान दिंदियां ने, पर बाणी जिहड़ी है गुरबाणी सानू अकाल पुरख का ज्ञान दिंदी है, ब्रह्म का ज्ञान दिंदी है। इस वास्ते इसनूं गुरु का दर्जा दिता। ये गुरु इहो जिहा है जुगा जुगा तक जिसने अटल रहना है। पहलां जदों सतगुरु अपने शरीर दे विच सन, एक समय एक थां हो सकते सन, पर यह गुरु जिहड़ा है इस वेले संसार विच हज़ारां थां ते है। संसार विच हज़ारां थां ते धन गुरु ग्रंथ साहब महाराज जी का प्रकाश हो रहा है, बाणी का प्रकाश फैल रहा है। तो बाणी का प्रकाश किवें है? देखो गुरु का जिहड़ा शाब्दिक अर्थ है वही है जिहड़ा अंधेरे तो प्रकाश वल लैके जाए। असी संसार दे विच रहने हाँ, संसार दे विच हुंज अंधेरा हुंदा है, लाइट ना होवे, रोशनी ना होवे, सानू किधरे जाना पवे, सानू ठुड्डे लगते हैं, असी डिग जाते हाँ। पर साध संगत जी एक मन का हनेरा है। मन का हनेरा किवें दूर होवे? संसार का हनेरा असी बाहरों चानण करके दूर कर लेने हाँ, पर मन का हनेरा किवें दूर होवे? मन दे विचों जिहड़ा अज्ञान है वो किवें निकले? उस दे वास्ते बाणी है। बाणी जिहड़ी है दीपक है, ये प्रकाश है, ये साडे मन का हनेरा दूर करदी है। ताही महाराज ने कहा है सतगुर शब्द उजारो दीपा बिन से अंधकार ते मंदर रतन कोठली खुरी अनूपा। साडा जिहड़ा मन मंदिर है इस दे विच जिहड़ा अंधकार है अज्ञान का, ये शब्द रूपी दीप जिहड़ा है उसनूं दूर करदा है, साडे मन नूं प्रकाशित करदा है, साडे मन दे विच अकाल पुरख का ज्ञान पैदा करदा है, साडे मन दे विच गुरु दे वास्ते प्रीत पैदा करदा है। भगत कबीर जी ने कहा है लोको ये बाणी नूं तुसीं आम गीत ना समझो, लोग जाना है यह गीत है, ये तो ब्रह्म विचार जो मानस जो काशी उपदेश होए मानस मरती बार। कहते जिवें काशी दे विच मरदे होए मनुख नूं परमात्मा के नाम का उपदेश दिता जाता है, वो उपदेश तो थोड़ी देर का है, पर भगत जी कहते हैं कि गुरु ग्रंथ साहब की जिहड़ी बाणी है ये उपदेश उस ब्रह्म का उपदेश है, ये कोई आम दुनिया का गीत नहीं। धन गुरु अर्जन देव महाराज कहते हैं भगत भंडार गुरबाणी नाल, ये जिहड़ी गुरबाणी है भगती का भंडार है। इस दे विच रतन जवेहर ने, इस दे विच लाल ने, मोती ने, पर ताई इसका लाभ चुक सकते हाँ गावत सुनत कमावत निहाल। जिहड़ा इसनूं गाउंदा है, इसनूं सुनदा है, अते सब तो वड्डी गल जिहड़ा इसकी कमाई करता है वो फिर निहाल हो जाता है। महाराज ने कहा है ना सतगुर की जिसनो मत आवे
सो सतगुर माए समाना, यह बाणी जो जीओ जाने तिस अंतर रवे हर नामा। जिसने इस बाणी नूं अपने अंदर समा लिया, जिसने सतगुरु नूं सतगुर करके मन लिया, जिसने सतगुर दे नाल अपना मन जोड़ लिया, महाराज कहते हैं ये बाणी फिर उसके अंदर वस जाती है अते उसका मन जिहड़ा है उस अकाल पुरख दे नाल जुड़ जाता है। अते साडे जीवन का मनोरथ भी यही है। असी अपने जीवन दे विच बहुत काम कार करते हाँ, शरीर नूं चलाउण वास्ते दुनिया के काम कार भी जरूरी ने, पर एक बड़ा वड्डा सवाल है जो सानू अपने आप तो पूछना चाहिए है कि यही साडे जीवन का मकसद है कि इसे वास्ते असी संसार में आए हाँ। नहीं, साडे जीवन का मकसद ये नहीं। ये तो ठीक है, सारा शरीर नूं चलाउण वास्ते एक नाल दे नाल काम करना जरूरी है, पर जिहड़ा असल मनोरथ है वो मनोरथ है साडा उस अकाल पुरख तक पुजना, जिस तो असी टुटे हाँ, जिस तो असी विछड़े हाँ, उस नूं मिलना साडी मंजिल है, उस नूं मिलना साडा मनोरथ है। अते वो किवें प्राप्त हो सकता है? वो प्राप्त हो सकता है गुरु के ज्ञान तो, बाणी के ज्ञान तो। अपने जीवन नूं गुरु के उपदेश के अनुसार ढालीए, अपने जीवन दे विच गुणां दा प्रकाश करिए। जदों गुणां दा प्रकाश होएगा अवगुणां दा नाश होएगा। साडे मन दे विच जदों अवगुण चले जाणगे, गुण आ जाणगे, साडा मन निर्मल हो जाएगा, साडे मन दे विच नाम दा निवास हो जाएगा। अते जदों साडे मन दे विच नाम दा निवास हो गया, उस वेले फिर असी जीवंदे जी मुक्त हो जावांगे। मरण तो बाद कोई मुक्ति नहीं है, ये भुलेखे विच ना रहना। भगत जी कहते हैं मरण मुकत किन पाई, मरे हुए मुए हुए जो मुक्त करोगे मुक्त कोई न मुक्त ना जाना है कोई। कहते जे मरिया होने तो बाद मुक्त होएगी, कौन जानता है मुक्त होया कि नहीं होया। सानू मुक्ति चाहिए है जीवन दियां, अते वाकई इस जीवन दे विच ही मनुख मुक्त हो जाता है। जिसने ये माया के बंधना तो छुटकारा पा लिया, जिसने मोह माया तो छुटकारा पा लिया, वो मनुख मुक्त हो गया। अते जिहड़ा मनुख मुक्त हो गया वो ब्रह्म ज्ञान नूं प्राप्त हो गया, उस अकाल पुरख का रूप हो गया। क्योंकि ब्रह्म ज्ञानी जिहड़ा है वो अकाल पुरख का रूप है। जो अकाल पुरख का भगत है उस अकाल पुरख का रूप हो जाता है, उस विच समा जाता है। यही साडी मंजिल है, यही साडा मनोरथ है। गुर चरनां विच अरदास करिए, असी जे जाग जाइए, जिहड़ी साडे मन की निंद्रा है वो टुट जावे। सतगुर दे सानू हर वारी उपदेश करते हैं, जाग लियो रे जबना जाग लियो कहाँ गाफल सोया, जो तन उपजया संग ही सो भी संग ना होया। ये शरीर ने भी नाल नहीं रहना साडे। असी उस अकाल पुरख नूं जप के उसका सिमरन करके उसनूं मन विच वसा के अपने इस जीवन नूं सफल कर सकते हाँ। सतगुर बख्शिश करन, किरपा करन, सारियां दे सिर ते मेहर भरिया हथ रखण, सारियां दे घरां दे विच बाणी ते बाणे दा प्रकाश करन। दो चीज़ां की संभाल असी करनी है। भाई पिंदरपाल जी गल क्या करते हैं, मैनूं उन्हां दी गल चंगी लगती है। असी जे दो चीज़ां संभाल लईए साडा जीवन समझ जाएगा, एक ऊड़ा ते एक जूड़ा। जे असी ऊड़े का अर्थ है पंजाबी अपनी माँ बोली जिहड़ी है, जे इसनूं असी संभाल लिया, जे असी इसनूं बच्चों नूं सिखा दिता, आप सीख लिया, तां असी बाणी नाल जुड़ जावांगे। जे असी जूड़े की संभाल कर लई, केसां की संभाल कर लई, बाने की संभाल कर लई, असी गुरु दे सिख बन जावांगे। जे असी गुरु दा बाना नहीं धारण किया, जे असी गुरु की रहत नहीं रखी, भावें असी समझिए गुरु दे सिख हाँ, पर गुरु सानू सिख नहीं मनदा। ये गल समझ लैनी चाहिए है। जे गुरु दे सिख अखवाउणा है तो गुरु का हुक्म मन के गुरु की रहत विच आना पेगा, गुरु की खंडे की पहल छकनी पेगी, गुरु का नितनेम करना पेगा, गुरु दस्से अनुसार अपना जीवन जिहड़ा है वो बनाना पेगा। सो सतगुर अगे अरदास करिए, सतगुर बख्शिश करन, साडे मन दे विच इतनी शक्ति पैदा करन कि असी अपने जीवन नूं ये मोड़ दे सकीए, अपने जीवन दे विच ये तब्दीली ला सकीए, चेंज ला सकीए। सारियां दे सिर ते मेहर भरिया हथ रखण जी। बेअंत भुलां गलतियां दी खिमा जी। वाहिगुरू जी का खालसा, वाहिगुरू जी की फतेह।